Dear students, welcome to Amrit Senior Secondary School. Class 8 ਸਮਾਜਿਕ ਸਿੱਖਿਆ ਦਾ ਭਾਗ ਪਹਿਲਾ ਭੂਗੋਲ ਦਾ ਲੈਸਨ ਨੰਬਰ 1 ਸਾਧਨ ਕਿਸਮਾਂ ਅਤੇ ਸਾਂਭ ਸੰਭਾਲ ਦਾ ਭਾਗ 5 ਅੱਜ ਅਸੀਂ ਤੁਹਾਨੂੰ ਕਰਾਵਾਂਗੇ ਜੋ ਕਿ ਸਾਡੇ ਇਸ ਲੈਸਨ ਦਾ ਅੰਤਿਮ ਭਾਗ ਹੈ। ਬੱਚੋ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ 4 ਭਾਗ ਕਰਵਾਏ ਜਿਨ੍ਹਾਂ ਵਿੱਚ ਸਾਧਨ ਅਤੇ ਉਸ ਦੀਆਂ ਕਿਸਮਾਂ ਦਾ ਵਰਣਨ ਕਰਵਾਇਆ ਸੀ। ਬੱਚੋ ਅੱਜ ਅਸੀਂ ਆਪਣੇ ਅੱਜ ਦੇ ਟੌਪਿਕ ਦੇ ਵਿੱਚ ਸੰਸਾਧਨਾਂ ਦੀ ਸੰਭਾਲ ਬਾਰੇ ਦੱਸਾਂਗੇ ਕਿ ਸੰਸਾਧਨਾਂ ਨੂੰ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਤਾਂ ਬੱਚਿਓ ਅਸੀਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹਨ। ਮਨੁੱਖ ਇਹਨਾਂ ਸਾਧਨਾਂ ਨੂੰ ਆਪਣੇ ਵਿਕਾਸ ਵਾਸਤੇ ਵਰਤਦਾ ਹੈ। ਵਿਕਾਸ ਦੇ ਰਾਹ 'ਤੇ ਹੋਰ ਦੇਸ਼ਾਂ ਨਾਲ ਮੁਕਾਬਲੇ 'ਤੇ ਤੁਰਿਆ ਹੋਇਆ ਮਨੁੱਖ ਲਗਾਤਾਰ ਬਿਨਾਂ ਸੋਚ ਸਮਝ ਤੋਂ ਸਾਧਨਾਂ ਨੂੰ ਖਤਮ ਕਰ ਰਿਹਾ ਹੈ। ਉਹ ਇਹ ਨਹੀਂ ਜਾਣਦਾ ਕਿ ਬਹੁਤ ਸਾਰੇ ਸਾਧਨ ਅਜਿਹੇ ਹਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ, ਜਿਹੜਾ ਇੱਕ ਵਾਰ ਖਤਮ ਹੋਣ 'ਤੇ ਸ਼ਾਇਦ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਜਿਸ ਤਰ੍ਹਾਂ ਨਾ ਨਵਿਆਉਣਯੋਗ ਸਾਧਨ ਮਤਲਬ ਦੁਬਾਰਾ ਨਾ ਪ੍ਰਾਪਤ ਹੋਣ ਵਾਲੇ ਸਾਧਨ, ਕੋਲਾ ਅਤੇ ਪੈਟਰੋਲੀਅਮ ਪਦਾਰਥ ਇੱਕ ਵਾਰ ਖਤਮ ਹੋ ਜਾਣ 'ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ। ਇਸ ਕਰਕੇ ਅਜਿਹੇ ਸਾਧਨਾਂ ਨੂੰ ਸਾਂਭਣ ਦੀ ਲੋੜ ਹੈ। ਮਤਲਬ ਬੱਚੋ ਕੀ ਕਹਿ ਰਿਹਾ ਹੈ ਕਿ ਸਾਧਨ ਜਿਹੜੇ ਹਨ ਉਹ ਸਾਨੂੰ ਕੁਦਰਤ ਦਾ ਮਿਲਿਆ ਹੋਇਆ ਉਹ ਵਡਮੁੱਲਾ ਤੋਹਫਾ ਹੈ ਜਿਸ ਦਾ ਪ੍ਰਯੋਗ ਅਸੀਂ ਆਪਣੇ ਰੋਜ਼ ਦੇ ਜੀਵਨ ਵਿੱਚ ਕਰ ਰਹੇ ਹਾਂ ਅਤੇ ਮਨੁੱਖ ਇਹਨਾਂ ਦਾ ਪ੍ਰਯੋਗ ਆਪਣੇ ਵਿਕਾਸ ਲਈ ਅਤੇ ਦੇਸ਼ ਦੇ ਵਿਕਾਸ ਲਈ ਵੀ ਕਰਦਾ ਆ ਰਿਹਾ ਹੈ ਅਤੇ ਅਸੀਂ ਲਗਾਤਾਰ ਇਹਨਾਂ ਦਾ ਪ੍ਰਯੋਗ ਕਰਦੇ ਆ ਰਹੇ ਹਾਂ ਅਤੇ ਬਿਨਾਂ ਸੋਚੇ ਸਮਝੇ ਵਿਕਾਸ ਦੇ ਰਾਹ ਉੱਤੇ ਅਸੀਂ ਅੱਗੇ ਵੱਧ ਰਹੇ ਹਾਂ ਇਹਨਾਂ ਸਾਧਨਾਂ ਦੀ ਵਰਤੋਂ ਦੇ ਨਾਲ ਅਤੇ ਦੂਸਰੇ ਦੇਸ਼ਾਂ ਦੇ ਨਾਲ ਅਸੀਂ ਮੁਕਾਬਲਾ ਕਰ ਰਹੇ ਹਾਂ ਅਤੇ ਅਸੀਂ ਬਿਨਾਂ ਸੋਚੇ ਸਮਝੇ ਇਹਨਾਂ ਸਾਧਨਾਂ ਦਾ ਪ੍ਰਯੋਗ ਤਾਂ ਕਰ ਰਹੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਸਾਧਨ ਅਜਿਹੇ ਹਨ ਜਿਹੜੇ ਕਿ ਸਾਡੇ ਕੋਲ ਸੀਮਿਤ ਮਾਤਰਾ ਵਿੱਚ ਹਨ। ਉਹਨਾਂ ਦੇ ਭੰਡਾਰ ਸਾਡੇ ਕੋਲ ਜਲਦੀ ਖਤਮ ਹੋ ਜਾਣਗੇ ਜੇ ਅਸੀਂ ਇਹਨਾਂ ਨੂੰ ਸੋਚ ਸਮਝ ਕੇ ਇਸਤੇਮਾਲ ਨਾ ਕੀਤਾ। ਤਾਂ ਬੱਚਿਓ ਉਹ ਸਾਧਨ ਹੈਗੇ ਨੇ ਕੋਇਲਾ ਅਤੇ ਪੈਟਰੋਲੀਅਮ। ਕੋਲਾ ਅਤੇ ਪੈਟਰੋਲੀਅਮ ਅਜਿਹੇ ਖਣਿਜ ਪਦਾਰਥ ਹਨ ਜਿਹੜੇ ਕਿ ਇੱਕ ਵਾਰ ਖਤਮ ਹੋ ਗਏ ਤਾਂ ਇਹਨਾਂ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਵਿੱਚ ਸਾਨੂੰ ਲੱਖਾਂ ਕਰੋੜਾਂ ਵਰਸ਼ ਲੱਗਣਗੇ, ਕਿਉਂਕਿ ਇੱਕ ਵਾਰ ਖਤਮ ਹੋਣ 'ਤੇ ਇਹਨਾਂ ਨੂੰ ਆਸਾਨੀ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤਾਂ ਬੱਚਿਓ ਇਹਨਾਂ ਸਾਧਨਾਂ ਨੂੰ ਸਾਂਭਣ ਦੀ ਲੋੜ ਹੈ ਤਾਂ ਜੋ ਅਸੀਂ ਇਹਨਾਂ ਦਾ ਸੋਚ ਸਮਝ ਕੇ ਪ੍ਰਯੋਗ ਅਤੇ ਵਰਤੋਂ ਕਰ ਸਕੀਏ। ਬੱਚਿਓ ਅੱਗੇ ਹੈ ਸਾਧਨਾਂ ਅਤੇ ਇਹਨਾਂ ਦੀ ਸਾਂਭ ਸੰਭਾਲ ਦਾ ਆਪਸ ਵਿੱਚ ਬਹੁਤ ਨੇੜੇ ਦਾ ਸੰਬੰਧ ਹੈ। ਸਾਧਨਾਂ ਦੀ ਸਾਂਭ ਸੰਭਾਲ ਤੋਂ ਭਾਵ ਇਹਨਾਂ ਦੀ ਪੂਰੀ ਵਰਤੋਂ ਤੋਂ ਹੈ, ਜਿਸ ਵਿੱਚ ਇਹਨਾਂ ਦਾ ਦੁਰਉਪਯੋਗ ਜਾਂ ਜ਼ਰੂਰਤ ਤੋਂ ਬਿਨਾਂ ਤਬਾਹੀ ਨਾ ਹੋਵੇ। ਦੂਜੇ ਸ਼ਬਦਾਂ ਵਿੱਚ ਇਹਨਾਂ ਦਾ ਉਪਯੋਗ ਸਹੀ ਵਿਕਾਸ ਅਤੇ ਲੰਮੇ ਸਮੇਂ ਵਾਸਤੇ ਹੋ ਸਕੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਦਾ ਆਨੰਦ ਮਾਣ ਸਕਣ। ਉਚਿਤ ਅਤੇ ਲੋੜ ਅਨੁਸਾਰ ਇਹਨਾਂ ਦੀ ਵਰਤੋਂ ਹੀ ਇਹਨਾਂ ਸਾਧਨਾਂ ਦੀ ਸਹੀ ਸੰਭਾਲ ਹੋਵੇਗੀ। ਮਤਲਬ ਇਸ ਦਾ ਪ੍ਰਯੋਗ ਜੇ ਅਸੀਂ ਸਹੀ ਤਰੀਕੇ ਅਤੇ ਸੋਚ ਸਮਝ ਕੇ ਕਰੀਏ ਤਾਂ ਅਸੀਂ ਬਹੁਤ ਸਾਰਾ ਫਾਇਦਾ ਇਹਨਾਂ ਸਾਧਨਾਂ ਤੋਂ ਲੈ ਸਕਦੇ ਹਾਂ, ਕਿਉਂਕਿ ਸਾਧਨਾਂ ਦੀ ਸੰਭਾਲ ਦੇ ਨਾਲ ਇਹਨਾਂ ਦਾ ਬਹੁਤ ਗੂੜਾ ਸੰਬੰਧ ਹੈ। ਤਾਂ ਬੱਚੋ ਇਹਨਾਂ ਦੀ ਵਰਤੋਂ ਅਸੀਂ ਓਨੀ ਹੀ ਕਰੀਏ ਜਿੰਨੀ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ। ਜ਼ਰੂਰਤ ਤੋਂ ਜ਼ਿਆਦਾ ਇਹਨਾਂ ਸਾਧਨਾਂ ਦਾ ਪ੍ਰਯੋਗ ਨਾ ਕੀਤਾ ਜਾਏ ਤਾਂ ਹੀ ਅਸੀਂ ਇਹਨਾਂ ਦੀ ਤਬਾਹੀ ਤੋਂ ਬਚ ਸਕਦੇ ਹਾਂ। ਦੂਸਰੇ ਸ਼ਬਦਾਂ ਵਿੱਚ ਇਹਨਾਂ ਦਾ ਪ੍ਰਯੋਗ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ, ਉਚਿਤ ਢੰਗ ਦੇ ਨਾਲ ਕੀਤਾ ਜਾਏ ਤਾਂ ਜੋ ਇਹ ਲੰਬੇ ਸਮੇਂ ਤੱਕ ਸਾਡੇ ਕੋਲ ਬਣੇ ਰਹਿਣ ਅਤੇ ਸਾਡੀਆਂ ਨਵੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਦਾ ਪ੍ਰਯੋਗ ਕਰਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ ਅਤੇ ਆਨੰਦ ਪ੍ਰਾਪਤ ਕਰ ਸਕਣ। ਤਾਂ ਬੱਚਿਓ ਇਸੇ ਤਰ੍ਹਾਂ ਹੀ ਅਸੀਂ ਇਹਨਾਂ ਸਾਧਨਾਂ ਨੂੰ ਸੰਭਾਲ ਕੇ ਰੱਖ ਸਕਦੇ ਹਾਂ। ਬੱਚਿਓ ਅੱਗੇ ਹੈਗਾ ਸਾਂਭ ਸੰਭਾਲ ਤਾਂ ਹਰ ਕਿਸਮ ਦੇ ਸਾਧਨਾਂ ਲਈ ਜ਼ਰੂਰੀ ਹੈ, ਪਰੰਤੂ ਜਿਹੜੇ ਸਾਧਨ ਜਿਵੇਂ ਕਿ ਖਣਿਜ ਪਦਾਰਥ ਦੁਬਾਰਾ ਮਿਲਣਯੋਗ ਨਹੀਂ ਹਨ
ਉਹਨਾਂ ਵਾਸਤੇ ਇਹ ਅਤ ਜ਼ਰੂਰੀ ਲੋੜੀਂਦੀ ਹੈ। ਇੱਕ ਅਨੁਮਾਨ ਦੇ ਅਨੁਸਾਰ ਜੇਕਰ ਪਥਰਾਟ ਬਾਲਣ ਜਿਹੜੇ ਜਲਣਯੋਗ ਹੁੰਦੇ ਹਨ, ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਪਦਾਰਥ ਇਸੇ ਹੀ ਗਤੀ ਨਾਲ ਵਰਤੇ ਗਏ ਤਾਂ ਲਗਭਗ 80% ਪਥਰਾਟ ਬਾਲਣ ਇੱਕ ਸਦੀ ਵਿੱਚ ਹੀ ਖਤਮ ਹੋ ਜਾਣਗੇ। ਬੱਚੋ ਅੱਗੇ ਹੈ, ਸਾਨੂੰ ਹੋਰ ਸਾਧਨ ਜਿਵੇਂ ਕਿ ਮਿੱਟੀ, ਪਾਣੀ, ਜੰਗਲ ਆਦਿ ਸਾਰਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਧਿਆਨ ਰੱਖਿਆ ਜਾਵੇ ਕਿ ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ। ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦੇ ਗਿਆਨ ਦਾ, ਵਿੱਦਿਆ ਦਾ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ। ਸਾਧਨਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ। ਤਾਂ ਬੱਚੋ ਕੀ ਕਹਿ ਰਿਹਾ ਹੈ ਇਹਦੇ ਵਿੱਚ, ਉਹ ਕਿ ਹਰ ਇੱਕ ਸਾਧਨ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਸਾਰੇ ਹੀ ਸਾਧਨ ਸਾਡੇ ਲਈ ਬਹੁਤ ਜ਼ਰੂਰੀ ਹਨ। ਹਰ ਇੱਕ ਦੀ ਅਸੀਂ ਵਰਤੋਂ ਕਰਦੇ ਹਾਂ, ਚਾਹੇ ਉਹ ਮਿੱਟੀ ਹੋਵੇ, ਪਾਣੀ ਹੋਵੇ ਜਾਂ ਖਣਿਜ ਪਦਾਰਥ ਹੋਣ ਜਿਵੇਂ ਕੋਲਾ ਅਤੇ ਪੈਟਰੋਲੀਅਮ। ਹਰ ਇੱਕ ਸਾਧਨ ਦੀ ਆਪਣੀ ਇੱਕ ਜ਼ਰੂਰਤ ਹੈ ਅਤੇ ਉਸ ਦੀ ਸੰਭਾਲ ਜ਼ਰੂਰੀ ਹੈ। ਸਾਨੂੰ ਹਰ ਇੱਕ ਸਾਧਨ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡੀ ਕੋਈ ਵੀ ਜ਼ਰੂਰਤ ਪੂਰੀ ਹੁੰਦੀ ਹੋਵੇ। ਮਤਲਬ ਕੋਈ ਵੀ ਸਾਧਨ ਹੋਵੇ ਜਿਸ ਨਾਲ ਅਸੀਂ ਆਪਣੀ ਕੋਈ ਵੀ ਜ਼ਰੂਰਤ ਪੂਰੀ ਕਰ ਰਹੇ ਹੋਈਏ, ਉਸ ਦੀ ਸੰਭਾਲ ਜ਼ਰੂਰੀ ਹੈ। ਪਰੰਤੂ ਕੁਝ ਸਾਧਨ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਅਸੀਂ ਦੁਬਾਰਾ ਪ੍ਰਯੋਗ ਕਰ ਸਕਦੇ ਹਾਂ, ਮਤਲਬ ਕਿ ਫਿਰ ਤੋਂ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ। ਜਿਵੇਂ ਬੱਚੋ ਪਲਾਸਟਿਕ ਬੈਗ ਨੂੰ ਅਸੀਂ ਇੱਕ ਤੋਂ ਜ਼ਿਆਦਾ ਵਾਰ ਪ੍ਰਯੋਗ ਵਿੱਚ ਲਿਆ ਸਕਦੇ ਹਾਂ। ਮਤਲਬ ਲਿਫਾਫੇ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਜਿਹੜੇ ਪਲਾਸਟਿਕ ਦੇ ਬਣੇ ਹੋਏ ਹੁੰਦੇ ਹਨ, ਉਹਨਾਂ ਦੀ ਵਰਤੋਂ ਇੱਕ ਤੋਂ ਜ਼ਿਆਦਾ ਵਾਰ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਜਲਦੀ ਨਸ਼ਟ ਨਹੀਂ ਹੁੰਦੇ। ਜੇ ਅਸੀਂ ਇਸ ਨੂੰ ਐਵੇਂ ਹੀ ਵਿਅਰਥ ਕੂੜੇ ਵਿੱਚ ਸੁੱਟ ਦਈਏ ਤਾਂ ਇਸ ਨਾਲ ਬਹੁਤ ਸਾਰਾ ਵਾਤਾਵਰਨ ਪ੍ਰਦੂਸ਼ਣ ਫੈਲਦਾ ਹੈ। ਤਾਂ ਬੱਚੋ ਅੱਜ ਕੱਲ੍ਹ ਇਸੇ ਪਲਾਸਟਿਕ ਦੇ ਨਾਲ ਸੜਕ ਨਿਰਮਾਣ, ਮਤਲਬ ਸੜਕਾਂ ਬਣਾਉਣ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਤਾਂ ਬੱਚੋ ਇਸ ਤਰ੍ਹਾਂ ਕਰਕੇ ਅਸੀਂ ਜਿਹੜੀਆਂ ਚੀਜ਼ਾਂ ਦੁਬਾਰਾ ਵਰਤੋਂ ਵਿੱਚ ਆਉਣ ਵਾਲੀਆਂ ਹੁੰਦੀਆਂ ਹਨ, ਉਹਨਾਂ ਦਾ ਪ੍ਰਯੋਗ ਕਰਕੇ ਅਸੀਂ ਇਹਨਾਂ ਨੂੰ ਫਿਰ ਤੋਂ ਵਰਤੋਂ ਵਿੱਚ ਲਿਆ ਸਕਦੇ ਹਾਂ। ਤਾਂ ਬੱਚੋ ਇਸ ਦੇ ਨਾਲ ਨਾਲ ਸਾਨੂੰ ਸਿੱਖਿਆ ਅਤੇ ਗਿਆਨ, ਤਕਨੀਕੀ ਸਿੱਖਿਆ ਦਾ ਜਿਹੜਾ ਪੱਧਰ ਹੈ ਉਸ ਨੂੰ ਵੀ ਉੱਚਾ ਚੁੱਕਣਾ ਚਾਹੀਦਾ ਹੈ, ਤਾਂ ਜੋ ਉਹਨਾਂ ਨੂੰ ਇਹਨਾਂ ਸਾਧਨਾਂ ਦੀ ਸੰਭਾਲ ਦੇ ਲਈ ਜਾਗਰੂਕ ਕੀਤਾ ਜਾਏ। ਤਾਂ ਬੱਚੋ ਇਸ ਦੇ ਨਾਲ ਸਾਨੂੰ ਖੁਦ ਵੀ ਸੂਝ ਬੂਝ ਦੇ ਨਾਲ ਇਹਨਾਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਲੰਬੇ ਸਮੇਂ ਲਈ ਇਹਨਾਂ ਨੂੰ ਬਣਾ ਕੇ ਰੱਖ ਸਕੀਏ। ਇਹਨਾਂ ਦੇ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਇਹਨਾਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ, ਅਤੇ ਮਨੁੱਖ ਦੀ ਯੋਗਤਾ ਅਤੇ ਕੌਸ਼ਲ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਗਿਆਨ ਅਤੇ ਹੁਨਰ ਦੇ ਨਾਲ ਇਹਨਾਂ ਸਾਧਨਾਂ ਦੀ ਉਪਯੋਗਤਾ ਨੂੰ ਵਧਾ ਸਕੇ। ਤਾਂ ਬੱਚੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਟੌਪਿਕ ਖਤਮ ਹੁੰਦਾ ਹੈ। ਟੌਪਿਕ ਦੇ ਨਾਲ ਸਾਡਾ ਲੈਸਨ ਵੀ ਇੱਥੇ ਹੀ ਖਤਮ ਹੁੰਦਾ ਹੈ। ਤਾਂ ਬੱਚੋ ਇਸ ਲੈਸਨ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ 5 ਕੁਐਸਚਨ ਪੁੱਛਣ ਜਾ ਰਹੀ ਹਾਂ, ਜੋ ਤੁਸੀਂ ਇਸ ਲੈਸਨ ਦੀ ਆਡੀਓ ਨੂੰ ਧਿਆਨ ਨਾਲ ਸੁਣ ਕੇ ਆਪਣੀਆਂ ਕਾਪੀਆਂ 'ਤੇ ਕਰਨੇ ਹਨ। ਤਾਂ ਬੱਚੋ ਪਹਿਲਾ ਕੁਐਸਚਨ ਹੈ, ਸਾਧਨਾਂ ਦੇ ਵਿਕਾਸ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੇ 4 ਆਪਸ਼ਨ ਨੀਚੇ ਹੇਠਾਂ ਦਿੱਤੇ ਗਏ ਹਨ, ਉਹਨਾਂ ਵਿੱਚੋਂ ਇੱਕ ਸਹੀ ਹੈ ਜਾਂ ਸਾਰੇ, ਇਹ ਤੁਸੀਂ ਦੱਸਣਾ ਹੈ। ਅੱਗੇ ਹੈ, ਸਾਧਨ ਮਨੁੱਖ ਦੇ ਲਈ ਡੈਸ਼ ਦੀ ਬਹੁਤ ਵੱਡੀ ਦੇਣ ਹੈ, ਇਹ ਖਾਲੀ ਸਥਾਨ ਹੈ। ਅੱਗੇ ਹੈ, ਕੋਲਾ ਅਤੇ ਪੈਟਰੋਲੀਅਮ ਇੱਕ ਵਾਰ ਖਤਮ ਹੋ ਗਏ ਤਾਂ ਇਹਨਾਂ ਨੂੰ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਇਹ ਸਹੀ ਹੈ ਜਾਂ ਗਲਤ, ਇਹ ਤੁਸੀਂ ਦੱਸਣਾ ਹੈ। ਅੱਗੇ ਹੈਗਾ, ਪਲਾਸਟਿਕ ਦਾ ਪ੍ਰਯੋਗ ਕਿਹੜੇ ਕੰਮ ਦੇ ਲਈ ਕੀਤਾ ਜਾ ਰਿਹਾ ਹੈ। ਅਗਲਾ ਹੈ ਕੁਐਸਚਨ, ਖਣਿਜ ਪਦਾਰਥਾਂ ਤੋਂ ਇਲਾਵਾ ਹੋਰ ਕਿਹੜੇ ਸਾਧਨਾਂ ਦੀ ਸੰਭਾਲ ਜ਼ਰੂਰੀ ਹੈ। ਤਾਂ ਬੱਚੋ ਇਸ ਦੇ ਨਾਲ ਸਾਡਾ ਇਹ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ, ਲੈਸਨ ਵੀ ਖਤਮ ਹੁੰਦਾ ਹੈ। ਧੰਨਵਾਦ।